ਸ਼ਰਦ ਪਵਾਰ ਨੇ ਜਿਹੜੀਆਂ ਹੁਣ ਗੱਲਾਂ ਕੀਤੀਆਂ ਨੇ ਉਹ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਇੱਕ ਤਰੀਕੇ ਨਾਲ ਮੈਂ ਕਹਿ ਸਕਦਾ, ਪਰ ਇਹ ਨਹੀਂ ਮੈਂ ਅਜੇ ਕਹਿ ਸਕਦਾ ਕਿ ਉਹਨਾਂ ਨੇ 3 ਬਿੱਲ ਵਾਪਸ ਕਰਾਉਣ ਦੇ ਹੱਕ ਦੇ ਵਿੱਚ ਗੱਲ ਕੀਤੀ। ਕਿ ਪੰਜਾਬ ਨੂੰ ਅਪਸੈਟ ਕਰਨ ਦੀ ਕੋਸ਼ਿਸ਼ ਤਾਂ ਹੋਈ ਨਾ, ਫਿਰ ਉਹ ਫਿਰ ਕਿਸ ਨੇ ਕੀਤੀ? ਜਿਸ ਤਰੀਕੇ ਨਾਲ ਉਹ ਕਹਿੰਦੇ ਚੱਲ ਰਹੇ ਨੇ, ਇੱਥੇ ਦੰਗੇ ਹੋਣ ਦੇ ਵਿੱਚ ਸਮਾਂ ਨਹੀਂ ਲੱਗੇਗਾ। ਸਾਬਕਾ ਮੰਤਰੀ ਜਿਹੜੇ ਸ਼ਰਦ ਪਵਾਰ ਨੇ, ਉਹਨਾਂ ਨੇ ਇਤਿਹਾਸ ਦੇ ਪੰਨੇ ਫਰੋਲੇ ਨੇ ਤੇ ਉਹਦੇ ਵਿੱਚ ਉਹਨਾਂ ਨੇ ਕੁਝ ਇਹੋ ਜਿਹੀਆਂ ਗੱਲਾਂ ਕਹਿ ਦਿੱਤੀਆਂ ਨੇ, ਕਿਸਾਨੀ ਦਾ ਸਮਰਥਨ ਵੀ ਕਰ ਦਿੱਤਾ ਹੈ, ਬਹੁਤ ਕੁਝ ਉਹ ਛੋਟੇ ਜਿਹੇ ਆਪਣੇ ਬਿਆਨ ਦੇ ਵਿੱਚ ਕਹਿੰਦੇ ਨਜ਼ਰ ਆਏ ਨੇ। ਕੀ ਕਹਿਣਾ ਚਾਹੋਗੇ ਸ਼ਰਦ ਪਵਾਰ ਦੇ ਬਾਰੇ? ਕੁਝ ਮਹੀਨੇ ਪਹਿਲਾਂ ਉਹਨਾਂ ਦਾ ਬਿਆਨ ਆਇਆ ਸੀ ਜੀ, ਉੱਥੋਂ ਇਹ ਲੱਗਾ ਸੀ ਕਿ ਕਿਸਾਨ ਅੰਦੋਲਨ ਦਾ ਸਮਰਥਨ ਨਹੀਂ ਕਰਦੇ ਜੀ। ਥੋੜਾ ਜਿਹਾ ਲੱਗਾ ਕਿ ਪ੍ਰੋ ਭਾਜਪਾ ਜਾਂ ਉਹਨਾਂ ਦਾ ਬਿਆਨ ਕਿਸਾਨ ਜਥੇਬੰਦੀਆਂ ਨੂੰ ਲੱਗਾ ਸੀ ਜੀ। ਸ਼ਾਇਦ ਉਹ ਕਹਿ ਰਹੇ ਸੀ ਕਿ ਬੈਠ ਕੇ ਗੱਲ ਕਰਨੀ ਚਾਹੀਦੀ, ਜੈ ਸੌਰ ਨੂੰ ਵਾਲੀ ਕੋਈ ਗੱਲ ਨਹੀਂ ਹੁੰਦੀ। ਸ਼ਰਦ ਪਵਾਰ ਵੱਡੇ ਆਗੂ ਨੇ ਜੀ। ਕਾਂਗਰਸ ਦੇ ਵਿੱਚ ਉਹਨਾਂ ਦਾ ਰੁਤਬਾ ਮੁਕਾਮ ਕਿਸੇ ਵੇਲੇ ਇਹੋ ਸੀ ਕਿ ਉਹਨਾਂ ਨੂੰ ਬਹੁਤ ਸਾਰੇ ਲੋਕ ਸੰਭਾਵੀ ਪ੍ਰਧਾਨ ਮੰਤਰੀ ਵਜੋਂ ਦੇਖਦੇ ਸਨ। ਜੀ। ਫਿਰ ਉਹ ਥੋੜਾ ਜਿਹਾ ਗਾਂਧੀ ਪਰਿਵਾਰ ਨਾਲ ਨਜ਼ਦੀਕੀਆਂ ਘਟੀਆਂ ਤੇ ਉਹ ਪਰੇ ਹੋ ਗਏ। ਜੀ। ਡਾਕਟਰ ਮਨਮੋਹਨ ਸਿੰਘ ਦੇ ਆਉਣ ਨਾਲ ਇਸ ਤਰ੍ਹਾਂ ਦੀ ਕਈ ਚਾਹਤ ਰੱਖਣ ਵਾਲੇ ਆਗੂ ਜਿਹੜੇ ਸੀ ਉਹ ਲਪੇਟੇ ਗਏ ਸੀ। ਬਿਲਕੁਲ। ਖੈਰ ਕੋਈ ਬੋਲਿਆ ਨਹੀਂ ਉਸ ਵੇਲੇ ਕਿਉਂਕਿ ਗਾਂਧੀ ਪਰਿਵਾਰ ਦੀ ਇਜਾਰੇਦਾਰੀ ਸੀ। ਉਸ ਤੋਂ ਪਹਿਲਾਂ ਨਰਸਿਮਹਾ ਰਾਓ ਦੇ ਸਮੇਂ ਤੇ ਗਾਂਧੀ ਪਰਿਵਾਰ ਸਾਈਡ ਲਾਈਨ ਤੇ ਲੱਗਾ ਰਿਹਾ ਸੀ। ਬਿਲਕੁਲ। ਸ਼ਰਦ ਪਵਾਰ ਨੇ ਮਹਾਰਾਸ਼ਟਰ ਦੇ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ। ਜੀ। ਭਾਰਤ ਦੇ ਰੱਖਿਆ ਮੰਤਰੀ ਵੀ ਰਹੇ ਨੇ, ਉਹਨਾਂ ਦੀ ਬੜੇ ਫਿੱਟ ਵੀ ਸਨ ਤੇ ਹੁਣ ਉਹਨਾਂ ਦੀ ਸਿਹਤ ਉਨੀ ਖੈਰ ਵਧੀਆ ਨਹੀਂ, ਪਰ ਉਹਨਾਂ ਨੇ ਹੁਣ ਕੋਸ਼ਿਸ਼ਾਂ ਕੀਤੀਆਂ ਕਿ ਤੀਜਾ ਫਰੰਟ ਕਿਸੇ ਤਰ੍ਹਾਂ ਨਾ, ਜੇ ਮੈਂ ਪੱਛਮੀ ਕੋਸਟ ਤੇ ਬੈਠਾ ਹੋਇਆ ਮਹਾਰਾਸ਼ਟਰ ਵਿੱਚ, ਪੂਰਬ ਵਾਲਿਆਂ ਨੂੰ ਮਿਲਾ ਲਈਏ, ਵਿੱਚ ਉੱਤਰ ਵਾਲਿਆਂ ਨੂੰ ਮਿਲਾ ਲਈਏ ਤੇ ਉਧਰੋਂ ਜਿਹੜੇ ਨੇ ਆਂਧਰਾ ਵਾਲਿਆਂ ਨੂੰ ਕੁਝ ਖਿੱਚੀਏ ਚੰਦਰ ਬਾਬੂ ਨਾਇਡੂ ਨੇ, ਤੇ ਕੋਈ ਨਾ ਕੁਝ ਕਰੀਏ। ਜੀ। ਕੋਸ਼ਿਸ਼ ਉਹਨਾਂ ਵੱਲੋਂ ਹੋਈ ਹੈ, ਪਰ ਪ੍ਰਸ਼ਾਂਤ ਕਿਸ਼ੋਰ ਕੁਝ ਮੀਟਿੰਗਾਂ ਕਰਕੇ ਪੈਰ ਪਿਛਾਂ ਖਿੱਚ ਗਏ। ਸ਼ਰਦ ਪਵਾਰ ਨੇ ਜਿਹੜੀਆਂ ਹੁਣ ਗੱਲਾਂ ਕੀਤੀਆਂ ਨੇ ਜੀ, ਉਹ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਇੱਕ ਤਰੀਕੇ ਨਾਲ ਮੈਂ ਕਹਿ ਸਕਦਾ, ਜੀ, ਪਰ ਇਹ ਨਹੀਂ ਮੈਂ ਅਜੇ ਕਹਿ ਸਕਦਾ ਕਿ ਉਹਨਾਂ ਨੇ 3 ਬਿੱਲ ਵਾਪਸ ਕਰਾਉਣ ਦੇ ਹੱਕ ਦੇ ਵਿੱਚ ਗੱਲ ਕੀਤੀ ਹੈ। ਜੀ। ਮੈਂ ਦੱਸਦਾ ਕਿਉਂ। ਉਹਨਾਂ ਨੇ ਕਿਹਾ ਇਹ ਹੈ ਕਿ ਪੰਜਾਬ ਨੂੰ ਅਪਸੈਟ ਕਰਨ ਦਾ ਖਾਮਿਆਜ਼ਾ ਇੰਦਰਾ ਗਾਂਧੀ ਨੂੰ ਜਾਨ ਦੇ ਕੇ ਭੁਗਤਣਾ ਪਿਆ। ਸਪਸ਼ਟ ਸੀ ਕਿ ਪੰਜਾਬ ਨੂੰ ਅਪਸੈਟ ਕਰਨ ਦਾ। ਬਿਲਕੁਲ। ਹੁਣ ਇਸ ਵਿੱਚੋਂ ਸਵਾਲ ਇੱਕ ਹੋਰ ਪੈ ਜਾਂਦਾ, ਨਿਕਲ ਆਉਂਦਾ ਜੀ, ਕਿ ਪੰਜਾਬ ਨੂੰ ਅਪਸੈਟ ਕਰਨ ਦੀ ਕੋਸ਼ਿਸ਼ ਤਾਂ ਹੋਈ ਨਾ, ਫਿਰ ਬਿਲਕੁਲ ਉਹ ਫਿਰ ਕਿਸ ਨੇ ਕੀਤੀ? ਜਿਸ ਦਾ ਉਹ ਆਪਣੀ ਆਗੂ ਦਾ ਨਾਮ ਲੈਂਦੇ ਨੇ, ਕੀ ਉਸੇ ਨੇ ਕੀਤੀ ਸੀ? ਇੰਦਰਾ ਨੇ ਕੀਤੀ ਸੀ। ਬਿਲਕੁਲ। ਇਸ ਗੱਲ ਤੇ ਸ਼ਾਇਦ ਉਹਨਾਂ ਨੂੰ ਖਿੱਚਿਆ ਜਾਵੇ ਤੇ ਸ਼ਾਇਦ ਨਾ ਖਿੱਚਿਆ ਜਾਵੇ, ਪਰ ਗੱਲ ਸੋਚਣ ਵਾਲੀ, ਜੇ ਕਿਸੇ ਦੇ ਦਿਮਾਗ 'ਚ ਆ ਜਾਂਦਾ ਤਾਂ ਖਿੱਚਣਗੇ। ਜੀ। ਪੰਜਾਬ ਨੂੰ ਛੇੜਿਆ ਜਾਵੇ। ਪੰਜਾਬ ਉਹਨਾਂ ਨੇ ਕਿਹਾ ਕਿ ਸਰਹੱਦੀ ਸੂਬਾ ਹੈ, ਮਿਹਨਤੀ ਲੋਕ ਨੇ, ਇਹਨਾਂ ਨੇ ਅਨਾਜ ਪੈਦਾ ਕੀਤਾ, ਇਹਨਾਂ ਨੇ ਸਾਨੂੰ ਯੋਧੇ ਦਿੱਤੇ ਨੇ, ਸੂਰਬੀਰ ਦਿੱਤੇ ਨੇ, ਕ੍ਰਾਂਤੀਕਾਰੀ ਦਿੱਤੇ ਨੇ, ਆਜ਼ਾਦੀ ਦੇ ਘੁਲਾਟੀਏ ਦਿੱਤੇ ਨੇ, ਜੀ। ਪਰ ਹੁਣ ਇਹਨਾਂ ਦੀ ਗੱਲ ਜਿਹੜੀ ਆ ਉਹ ਸੁਣਨੀ ਚਾਹੀਦੀ ਹੈ ਸਰਕਾਰ ਨੂੰ। ਲਖੀਮਪੁਰ ਦੇ ਮਾਮਲੇ ਤੋਂ ਬਾਅਦ ਥੋੜਾ ਜਿਹਾ ਬੋਲੇ ਨੇ, ਉਹਨੇ ਕਿਹਾ ਕਿ ਮੈਂ ਪ੍ਰਦਰਸ਼ਨ ਵਾਲੀ ਜਗ੍ਹਾ ਵੀ ਦੇਖੀ ਹੈ, ਸ਼ਾਇਦ ਮੋਰਚਾ ਦੇਖਿਆ ਹੋਵੇ ਉਹਨਾਂ ਨੇ ਲੱਗਾ ਹੋਇਆ। ਜੀ। ਉਹਨਾਂ ਨੇ ਗੱਲ ਹੁਣੇ ਕੀਤੀ ਹੈ ਕਿ ਸਰਕਾਰ ਦਾ ਇੱਥੇ ਜਿਹੜਾ ਸਟੈਂਡ ਹੈ ਉਹ ਤਰਕ ਸੰਗਤ ਨਹੀਂ ਹੈ। ਸਟੈਂਡ ਤੋਂ ਭਾਵ ਇਹ ਹੈ ਕਿ ਸਰਕਾਰ ਦੇ ਸਟੈਂਡ ਬਾਰੇ ਉਹਨਾਂ ਨੇ ਇਹ ਕਿਹਾ ਕਿ ਸੰਵੇਦਨਸ਼ੀਲਤਾ ਨਾਲ ਇਸ ਨੂੰ ਨਜਿੱਠੋ ਤੇ ਇਸ ਮਸਲੇ ਦਾ ਕੋਈ ਹੱਲ ਕੱਢੋ। ਬਿਲਕੁਲ। ਹੁਣ ਇੱਥੇ ਵੀ ਉਹਨਾਂ ਦਾ ਇਸ਼ਾਰਾ ਜਿਹੜਾ ਹੈ ਉਹ ਸਰਕਾਰ ਪ੍ਰਤੀ ਹੈ। ਕੀ ਉਹ ਕਹਿ ਰਹੇ ਨੇ ਕਿ ਸਰਕਾਰ ਜਿਹੜੀ ਹੈ ਗੈਰ ਸੰਵੇਦਨਸ਼ੀਲ ਹੈ? ਬਿਲਕੁਲ, ਉਹਨਾਂ ਨੂੰ ਲੱਗਾ ਇਸੇ ਤਰ੍ਹਾਂ। ਉਹਨਾਂ ਨੇ ਇਹੋ ਹੀ ਗੱਲ ਆਖੀ ਹੈ ਕਿ ਸਰਕਾਰ ਦਾ ਰਵੱਈਆ ਉਹ ਨੈਗੇਟਿਵਿਟੀ ਵਾਲਾ ਹੈ। ਭਾਵ ਜੇ ਪਿਛਲੇ ਸਾਲ ਅੰਦੋਲਨ ਸ਼ੁਰੂ ਹੋਇਆ ਸੀ ਤੇ ਤੁਸੀਂ ਕਣਕ ਦੀ ਜਿਹੜੀ ਪੁਰਾਣੇ ਨਿਯਮ ਨਾਲ ਕਣਕ ਚੱਕ ਹੋਣੀ ਸੀ ਮੰਡੀਆਂ 'ਚੋਂ, ਕਿਉਂਕਿ ਨਵੇਂ ਕਾਨੂੰਨਾਂ ਤੇ ਅਜੇ ਤੱਕ ਤਾਂ ਰੋਕ ਲੱਗੀ ਹੋਈ ਹੈ। ਬਿਲਕੁਲ। ਜੇ ਨਿਯਮ ਨਾਲ ਕਣਕ ਚੱਕ ਹੋਣੀ ਸੀ, ਜੇ ਇੰਨੇ ਸਾਲਾਂ ਤੋਂ ਚੁੱਕ ਹੋ ਕੇ ਆ ਰਹੀ ਸੀ, ਫਿਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦਾ ਗਲ ਘੁੱਟਣ ਲਈ ਨਮੀ ਦੀ ਮਾਤਰਾ ਕਿਉਂ ਜਿਹੜੀ ਸੀ ਉਹਦਾ ਪੱਧਰ ਜਿਹੜਾ ਸੀ ਕਿਉਂ ਉੱਪਰ ਕਰ ਦਿੱਤਾ? ਕਿਉਂ ਉਸਨੂੰ ਇੰਨੇ ਇਸ ਲੈਵਲ ਤੇ ਲੈ ਗਏ? ਜੀ। ਉਹ ਨਮੀ ਦੀ ਮਾਤਰਾ ਦਾ ਘਟਾਇਆ ਕਿ ਇਹ ਤੋਂ ਘੱਟ ਅਸੀਂ ਨਮੀ ਵਾਲੀ ਕਣਕ ਨਹੀਂ ਖਰੀਦਣੀ। ਕਣਕ ਦੀ ਖਰੀਦ ਦੇ ਵਿੱਚ ਲੋਕਾਂ ਨੂੰ ਖੱਜਲ ਖੁਆਰ ਕੀਤਾ ਗਿਆ। ਬਿਲਕੁਲ। ਫੂਡ ਕਾਰਪੋਰੇਸ਼ਨ ਇੰਡੀਆ ਜੋ ਸਭ ਤੋਂ ਵੱਡੀ ਖਰੀਦਦਾਰ ਹੋਇਆ ਕਰਦੀ ਹੈ, ਜੀ, ਉਹਨੇ ਪੈਰ ਕਿਉਂ ਪਿਛਾਂਹ ਖਿੱਚੇ? ਬਿਲਕੁਲ। ਪੰਜਾਬ ਦੀਆਂ ਅੱਧੀਆਂ ਤੋਂ ਵੱਧ ਮੰਡੀਆਂ ਦੇ ਵਿੱਚ ਇੱਕ ਦਾਣਾ ਕਣਕ ਦਾ ਨਹੀਂ ਉਹਨਾਂ ਨੇ ਖਰੀਦਿਆ। ਬਿਲਕੁਲ। ਲਿਫਟਿੰਗ ਬਹੁਤ ਦੇਰ ਨਾਲ ਹੋਈ। ਇਹ ਸਾਰੀਆਂ ਗੱਲਾਂ ਦੇ ਜਵਾਬ। ਖਾਦਾਂ ਦੇ ਰੇਟ, ਕੋਲੇ ਦੀ ਕਮੀ, ਖਾਦਾਂ ਦੀ ਨਾ ਮਿਲਣਾ, ਫਰਟੀਲਾਈਜ਼ਰ ਮਿਲੇ ਨਹੀਂ ਕਿਸਾਨਾਂ ਨੂੰ। ਬਿਲਕੁਲ।
ਫਿਰ ਹੋਰ ਕੁਝ ਗੱਲਾਂ ਤੇ ਕਿਸਾਨਾਂ ਦਾ ਉਲਟੇ ਤਰੀਕੇ ਨਾਲ ਗਲ ਘੁੱਟਣਾ। ਜਦੋਂ ਝੋਨੇ ਦੀ ਖਰੀਦ ਆਈ ਜੀ ਤੇ ਪਹਿਲੀ ਤਰੀਕ ਦੀ ਬਜਾਏ ਕਹਿੰਦੇ ਨੇ ਜੀ ਅਸੀਂ 11 ਨਵੰਬਰ ਨੂੰ ਕਰਾਂਗੇ। ਬਿਲਕੁਲ ਫਿਰ ਰੌਲਾ ਪਿਆ ਤੇ ਫਿਰ ਉਹ ਫੈਸਲਾ ਵਾਪਸ ਲੈਣਾ ਪਿਆ। ਫੈਸਲੇ ਜਾਣ ਬੁੱਝ ਕੇ ਸਰਕਾਰ ਕੇਂਦਰ ਇਹੋ ਜਿਹੇ ਲੈ ਰਹੀ ਹੈ ਜਿਸ ਨਾਲ ਕਿਸਾਨ ਹੋਰ ਤੰਗ ਹੋਣ। ਜਿਵੇਂ ਕਹਿੰਦੇ ਨੇ ਕਿ ਕਿਸੇ ਨੇ ਤੁਹਾਡੇ ਤੇ ਕੇਸ ਕੀਤਾ ਹੋਵੇ, ਜੀ ਤੁਸੀਂ ਜਾਂ ਤਾਂ ਡਿਫੈਂਡ ਕਰਦੇ ਜਾਓ ਤੇ ਜਾਂ ਉਸ ਤਰ੍ਹਾਂ ਦਾ ਕੇਸ ਇੱਕ ਹੋਰ ਠੋਕ ਦਿਓ। ਬਿਲਕੁਲ ਜਿਵੇਂ ਪੰਜਾਬ 'ਚ ਕਹਿੰਦੇ ਨੇ ਕਿ ਫਲਾਣੇ ਨੇ 25 ਬਣਾਈ ਹੈ ਜਾਂ 24 ਬਣਾਈ ਹੈ, ਕਹਿੰਦੇ ਜੇ ਹੁਣ 26 ਬਣਾਓ ਤੇ ਫਿਰ ਗੱਲ ਬਣੂਗੀ, ਬਿਲਕੁਲ ਵੱਡਾ ਕੇਸ ਦਰਜ ਹੋਵੇ। ਸਰਕਾਰ ਇਸ ਤਰੀਕੇ ਨਾਲ ਚੱਲ ਰਹੀ ਹੈ। ਸ਼ਰਦ ਪਵਾਰ ਨੇ ਇਹੋ ਹੀ ਪੁਆਇੰਟ ਆਊਟ ਕੀਤਾ, ਜੀ ਪਰ ਗੱਲ ਬਹੁਤ ਵੱਡੀ ਕਹੀ ਹੈ। ਇਸ ਨੂੰ ਜੇ ਗੌਰ ਨਾਲ ਸੋਚਿਆ ਜਾਵੇ ਤਾਂ ਬਿਲਕੁਲ ਸ਼ਰਦ ਪਵਾਰ ਦਾ ਇਹ ਕਹਿਣਾ ਹੈ ਕਿ ਸਰਕਾਰ ਇਸ ਮਾਮਲੇ ਨੂੰ ਸੰਵੇਦਨਸ਼ੀਲਤਾ ਨਾਲ ਨਹੀਂ ਲੈ ਰਹੀ, ਕਿਸਾਨਾਂ ਨਾਲ ਉਸ ਲਹਿਜੇ ਨਾਲ ਗੱਲਬਾਤ ਨੂੰ ਅੱਗੇ ਨਹੀਂ ਤੋਰ ਰਹੀ ਜਿੱਦਾਂ ਕਿ ਤੋਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਮਾਹੌਲ ਖਰਾਬ ਹੋ ਸਕਦਾ ਹੈ ਜੇ ਇਸ ਤਰ੍ਹਾਂ ਚੱਲੇ ਜੀ ਤੇ ਫਿਰ ਜੇ ਖਾਮਿਆਜ਼ਾ, ਉਹਨਾਂ ਨੇ ਕਿਹਾ ਕਿ ਇੰਦਰਾ ਗਾਂਧੀ ਨੇ ਖਾਮਿਆਜ਼ਾ ਭੁਗਤਿਆ ਸੀ ਤੇ ਫਿਰ ਕੀ ਉਹ ਕਹਿ ਰਹੇ ਨੇ ਕਿ ਕਿਸੇ ਹੋਰ ਨੂੰ ਵੀ ਭੁਗਤਣਾ ਪੈ ਸਕਦਾ। ਜੀ ਇਹ ਕਈ ਗੱਲਾਂ ਵੱਲੋਂ ਇਸ਼ਾਰੇ ਕਰ ਗਏ ਨੇ। ਮੈਂ ਸਮਝਦਾ ਕਿ ਉਹਨਾਂ ਦਾ ਇੱਕ ਬਿਆਨ ਜਿਹੜਾ ਉਹਨਾਂ ਤੋਂ ਵੀ ਸਪਸ਼ਟੀਕਰਨ ਲੈਣਾ ਚਾਹੀਦਾ ਕਿ ਤੁਸੀਂ ਅਸਲ ਵਿੱਚ ਕੀ ਕਹਿਣਾ ਚਾਹੁੰਦੇ ਹੋ, ਜੀ ਤੇ ਦੂਸਰਿਆਂ ਨੂੰ ਵੀ ਸੋਚਣਾ ਚਾਹੀਦਾ ਕਿ ਇੰਨੇ ਵੱਡੇ ਲੀਡਰ ਨੇ, ਇੰਨੇ ਸੀਨੀਅਰ ਲੀਡਰ ਨੇ, ਇਹਨਾਂ ਦੀ ਗੱਲ 'ਚ ਕੋਈ ਤਾਂ ਵਜ਼ਨ ਹੋਵੇਗਾ। ਬਿਲਕੁਲ। ਤੁਸੀਂ ਐਵੇਂ ਕਿਸੇ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ। ਜੀ ਤੇ ਜਿਹੜੇ ਭਾਜਪਾ ਵਾਲੇ ਹੁਣ ਤੱਕ ਇਹ ਕਹਿੰਦੇ ਆਏ ਨੇ ਕਿ ਵਿਰੋਧੀ ਧਿਰ ਜਿਹੜੀ ਹੈ ਵਿਦੇਸ਼ਾਂ ਦੇ ਇਸ਼ਾਰਿਆਂ ਤੇ ਬੋਲਦੀ ਹੈ, ਹਾਲਾਤ ਨੂੰ ਖਰਾਬ ਕਰ ਰਹੀ ਹੈ, ਤੱਥਾਂ ਤੋਰੇ ਸਾਨੂੰ ਬਦਨਾਮ ਕਰਨ ਹਿੱਤ, ਪ੍ਰਧਾਨ ਮੰਤਰੀ ਦੇ ਇਮੇਜ ਨੂੰ ਖਰਾਬ ਕਰਨ ਹਿੱਤ ਬੋਲ ਰਿਹਾ। ਚਲੋ ਹੁਣ ਤੇ ਉਹਨਾਂ ਨੇ ਆਪਣੀ ਗੱਲ ਕੀਤੀ ਹੈ ਨਾ, ਹੁਣ ਤੇ ਤੁਹਾਡਾ ਜਵਾਬ ਦੇਣਾ ਬਣਦਾ ਇਸ ਤੇ।